ਸਤਿ ਸ਼੍ਰੀ ਅਕਾਲ, ਸਵਾਗਤ ਹੈ। ਜਗਬਾਣੀ ਦੇਖ ਰਹੇ ਹੋ ਤੁਸੀਂ, ਮੈਂ ਗੁਰਪ੍ਰੀਤ ਸਿੰਘ। ਕਿਸਾਨ ਅੰਦੋਲਨ ਪੰਜਾਬ ਤੇ ਹਰਿਆਣਾ ਦੇ ਵਿੱਚੋਂ ਹੁੰਦਾ ਹੋਇਆ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਚੁੱਕਾ ਹੈ ਤੇ ਉੱਥੇ ਹੁਣ ਕਿਸਾਨਾਂ ਨੇ ਡੇਰਾ ਲਾ ਲਿਆ ਕਈ ਥਾਵਾਂ ਤੇ। ਉਹ ਬਹਾਦਰਗੜ੍ਹ ਕੁਝ ਕਿਸਾਨ ਬੈਠੇ ਨੇ, ਕੁਝ ਕਿਸਾਨਾਂ ਨੂੰ ਬੁਰਾੜੀ ਦੀ ਗੱਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਿੰਘੂ ਬਾਰਡਰ ਹੈ ਜਾਂ ਫਿਰ ਕੁੰਡਲੀ ਵਾਲੀ ਸਾਈਡ ਹੈ। ਕਈ ਪਾਸਿਆਂ ਤੋਂ ਕਿਸਾਨ ਦਿੱਲੀ ਦੇ ਵਿੱਚ ਐਂਟਰ ਹੋਏ ਨੇ ਤੇ ਮੁੱਖ ਮੰਗ ਹੈ ਜਿਹੜੀ ਕਿਸਾਨਾਂ ਦੀ ਉਹੀ ਹੈ ਕਿ ਕੇਂਦਰ ਸਰਕਾਰ ਜੋ ਜਿਨ੍ਹਾਂ ਨੂੰ ਕੇਂਦਰ ਸਰਕਾਰ ਐਗਰੀਕਲਚਰ ਰਿਫਾਰਮ ਕਹਿ ਰਹੀ ਹੈ ਕਿ ਖੇਤੀ ਸੁਧਾਰ ਨੇ, ਕਿਸਾਨਾਂ ਦੀਆਂ ਮੰਗਾਂ ਨੇ ਕੁਛ ਉਹਨਾਂ ਕਾਨੂੰਨਾਂ ਨੂੰ ਲੈ ਕੇ ਕਿ MSP ਉਹਦੇ 'ਚ ਲੀਗਲਾਈਜ਼ ਕੀਤੀ ਜਾਵੇ, ਲੀਗਲ ਟਰਮ ਬਣਾਈ ਜਾਵੇ MSP। ਇਸ ਤੋਂ ਇਲਾਵਾ ਇੱਕ ਦੋ ਹੋਰ ਡਿਮਾਂਡਸ ਨੇ ਕਿ ਕਿਸਾਨਾਂ ਤੋਂ ਜਿਹੜਾ ਕੋਰਟ ਜਾਣ ਦਾ ਹੱਕ ਖੋਇਆ ਹੈ ਜਾਂ ਉਸ ਬਿੱਲ ਦੇ ਵਿੱਚ ਇਹ ਹੈ ਕਿ ਜੇ ਕੋਈ ਤੁਹਾਡਾ ਡਿਸਪਿਊਟ ਹੁੰਦਾ ਕਿਸੇ ਦੇ ਨਾਲ ਤਾਂ ਉਹ ਐਡਮਿਨਿਸਟ੍ਰੇਟਿਵ ਪੱਧਰ 'ਤੇ ਹੱਲ ਕੀਤਾ ਜਾਏਗਾ, ਉਹਨੂੰ ਬਦਲਿਆ ਜਾਵੇ। ਸੋ ਇਹ ਮੰਗਾਂ ਨੂੰ ਲੈ ਕੇ ਕਿਸਾਨ ਦਿੱਲੀ ਪਹੁੰਚੇ ਹੋਏ ਨੇ। ਦਿੱਲੀ ਦੇ ਵਿੱਚ ਕਿਸਾਨਾਂ ਦਾ ਡੇਰਾ ਇੱਕ ਤਰੀਕੇ ਦੇ ਨਾਲ ਕੇਂਦਰ ਸਰਕਾਰ ਤੇ ਪ੍ਰੈਸ਼ਰ ਵੀ ਬਣਾ ਰਿਹਾ ਹੈ। ਥੋੜ੍ਹੀ ਦੇਰ ਪਹਿਲਾਂ ਤੱਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੂੰ, ਜੋਗਿੰਦਰ ਸਿੰਘ ਉਗਰਾਹਾਂ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਫੋਨ ਕੀਤਾ ਗਿਆ ਪਰਸਨਲੀ ਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਇਹਨਾਂ ਮੁੱਦਿਆਂ ਤੇ। ਸੋ ਇਸੇ ਤੇ ਅੱਜ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਦੋ ਸੀਨੀਅਰ ਸਹਿਯੋਗੀ, ਅਸ਼ਵਨੀ ਕੁਮਾਰ ਜਗਬਾਣੀ ਤੋਂ ਹੀ ਤੇ ਬਲਵੰਤ ਤਕਸ਼ਕ ਜਗਬਾਣੀ ਤੋਂ, ਪੰਜਾਬ ਕੇਸਰੀ ਤੋਂ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪੰਜਾਬ ਤੇ ਹਰਿਆਣਾ ਦਾ ਪਰਸਪੈਕਟਿਵ ਕੀ ਹੈ ਇਸ ਅੰਦੋਲਨ ਦੇ ਵਿੱਚ, ਉਹ ਗੱਲਬਾਤ ਹੈ ਜਿਹੜੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਅਸ਼ਵਨੀ, ਸਭ ਤੋਂ ਪਹਿਲਾਂ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਇਸ ਵਕਤ ਜਿਸ ਪੁਆਇੰਟ ਤੇ ਅੰਦੋਲਨ ਪਹੁੰਚਿਆ ਹੋਇਆ ਹੈ, ਸਭ ਤੋਂ ਪਹਿਲਾਂ ਤੁਸੀਂ ਇਹਨੂੰ ਇਸ ਤਮਾਮ ਜਿਹੜੀਆਂ ਚੀਜ਼ਾਂ ਨੂੰ ਕਿਵੇਂ ਐਲੈਬੋਰੇਟ ਕਰਦੇ ਹੋ? ਦੇਖੋ ਜੀ, ਕਿਸਾਨਾਂ ਦੀ ਸਿੱਧੀ ਮੰਗ ਹੈ ਕਿ ਜਿਹੜੇ ਵੀ 3 ਕ੍ਰਿਸ਼ੀ ਸੁਧਾਰ ਬਿੱਲ ਆਏ ਨੇ ਉਹ ਵਾਪਸ ਲਿੱਤੇ ਜਾਣ। ਔਰ ਇਸ ਅੰਦੋਲਨ ਦੀ ਸ਼ੁਰੂਆਤ ਲਗਭਗ ਉਸ ਵੇਲੇ ਸ਼ੁਰੂ ਹੋ ਗਈ ਸੀ ਜਦੋਂ ਇਹ ਬਿੱਲ ਸੰਸਦ 'ਚ ਪਾਸ ਹੁੰਦੇ ਨੇ। ਉਸ ਤੋਂ ਬਾਅਦ ਤੋਂ ਲੈ ਕੇ ਕਿਸਾਨ ਲਗਾਤਾਰ ਇਹ ਗੱਲ ਕਰ ਰਹੇ ਨੇ ਕਿ ਇਹ ਬਿੱਲ ਵਾਪਸ ਲਿੱਤੇ ਜਾਣ। ਇਸ ਸਿਲਸਿਲੇ ਦੇ ਵਿੱਚ ਸੈਕਟਰੀ ਲੈਵਲ ਦੇ ਉੱਪਰ ਕ੍ਰਿਸ਼ੀ ਮੰਤਰਾਲੇ ਦੇ ਸੈਕਟਰੀ ਲੈਵਲ ਦੇ ਉੱਪਰ ਮੀਟਿੰਗ ਹੋ ਚੁੱਕੀ ਹੈ, ਪਰ ਕਿਸਾਨਾਂ ਨੇ ਇਸ ਮੀਟਿੰਗ ਦੇ ਵਿੱਚ ਆਪਣਾ ਕਿਸੇ ਵੀ ਸਤਰ ਦੇ ਉੱਪਰ, ਕਿਸੇ ਵੀ ਪੱਧਰ ਤੇ ਕੋਈ ਵੀ ਸਮਝੌਤਾ ਜਾਂ ਕੋਈ ਵੀ ਰਸਤਾ ਨਿਕਲਣ ਤੋਂ ਇਨਕਾਰ ਕਰ ਦਿੱਤਾ ਹੈ। ਇਹੀ ਜਿਹੜਾ ਅੱਗੇ ਵੱਧਦਾ ਹੋਇਆ ਰੋਹ ਹੈ ਜਿਹੜਾ ਅੱਜ ਦਿੱਲੀ ਤੱਕ ਪਹੁੰਚ ਗਿਆ ਹੈ। ਇਹੀ ਦਾ ਮੂਲ ਪ੍ਰੋਸਪੈਕਟ ਹੈ ਕਿ ਇਹ ਕਿਸਾਨੀ ਬਿੱਲ ਜਿਹੜੇ ਲੈ ਕੇ ਆਏ ਗਏ ਨੇ ਇਹਨੂੰ ਵਾਪਸ ਲਿੱਤੇ ਜਾਣ। ਪਰ ਤੁਹਾਨੂੰ ਕੀ ਲੱਗਦਾ, ਜਿਵੇਂ ਕੇਂਦਰ ਸਰਕਾਰ ਦਾ ਰਵੱਈਆ ਹੈ, ਤੁਹਾਨੂੰ ਲੱਗ ਰਿਹਾ ਕਿ MSP ਲੀਗਲਾਈਜ਼ ਕਰਨ ਵਰਗਾ ਵੱਡਾ ਕਦਮ, ਕਿਉਂਕਿ ਕਾਰਪੋਰੇਟ ਦਾ ਵੀ ਇੱਕ ਤਰੀਕੇ ਦੇ ਨਾਲ ਪ੍ਰੈਸ਼ਰ ਹੁੰਦਾ ਹੀ ਹੈ, ਉਹਨਾਂ ਦੀਆਂ ਵੀ ਆਪਣੀਆਂ ਕੁਝ ਮੰਗਾਂ ਹੁੰਦੀਆਂ, ਕੁਝ ਡਿਮਾਂਡਸ ਹੁੰਦੀਆਂ, ਕੁਝ ਉਹਨਾਂ ਨੂੰ ਚਾਹੀਦਾ ਹੁੰਦਾ ਪਲੇਇੰਗ ਫੀਲਡ, ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੀ ਲੱਗਦਾ ਹੈ ਕਿ MSP ਲੀਗਲਾਈਜ਼ ਕੀਤੀ ਜਾ ਸਕਦੀ ਹੈ? ਦੇਖੋ ਜੀ, ਕਿਸਾਨਾਂ ਦੀ ਤਾਂ ਮੰਗ ਇਹੀ ਹੈ ਕਿ MSP ਲੀਗਲਾਈਜ਼ ਕੀਤੀ ਜਾਵੇ, ਪਰ ਕੇਂਦਰ ਸਰਕਾਰ ਇਹ ਕਹਿੰਦੀ ਹੈ ਕਿ ਇਹ ਇੱਕ ਆਰਡਰ ਦੀ ਸ਼ਕਲ ਦੇ ਵਿੱਚ ਲਾਗੂ ਹੁੰਦਾ ਹੈ, ਇਹਨੂੰ ਨੋਟੀਫਿਕੇਸ਼ਨ ਦੇ ਵਿੱਚ ਇਨਸਰਟ ਨਹੀਂ ਕੀਤਾ ਜਾ ਸਕਦਾ। ਪਰ ਕਿਸਾਨ ਕਹਿੰਦੇ ਆ ਇਹਨੂੰ ਇੱਕ ਲੀਗਲ ਫਾਰਮੈਟ 'ਚ ਕਨਵਰਟ ਕੀਤਾ ਜਾਵੇ ਤਾਂ ਕਿ ਜਿਹੜਾ MSP ਹੈ, ਜਿਹੜਾ ਡਰ ਸਾਰਿਆਂ ਨੂੰ ਸਤਾ ਰਿਹਾ ਹੈ ਕਿ MSP ਹੌਲੀ ਹੌਲੀ ਖਤਮ ਕਰ ਦਿੱਤੀ ਜਾਏਗੀ, ਕਿ ਉਹ ਜਦੋਂ ਲੀਗਲਾਈਜ਼ ਹੋ ਜਾਏਗੀ ਤਾਂ ਕਿਸਾਨਾਂ ਦੇ ਕੋਲ ਇੱਕ ਲੀਗਲ ਰਾਈਟ ਹੋਏਗਾ MSP ਜੇ ਖਤਮ ਹੁੰਦੀ ਹੈ ਤਾਂ ਉਸ ਨੂੰ ਚੈਲੰਜ ਕਰਨ ਦਾ। ਇਹੀ ਕਾਰਨ ਹੈ ਕਿ ਉਹ MSP ਨੂੰ ਲੀਗਲ ਪਲੇਟਫਾਰਮ ਦੇ ਉੱਪਰ ਮੰਗ ਕਰ ਰਹੇ ਨੇ ਕਿ ਉਸ ਨੂੰ ਰੱਖਿਆ ਜਾਵੇ। ਬਾਤਚੀਤ ਦਾ ਸਿਲਸਿਲਾ ਚੱਲ ਰਿਹਾ ਔਰ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ ਉਹ ਹੁਣ ਇਸ ਪੱਧਰ ਤੇ ਪਹੁੰਚ ਚੁੱਕੇ ਹੈ ਕਿ ਕੇਂਦਰ ਸਰਕਾਰ ਨੂੰ ਅੱਗੇ ਵੱਧ ਕੇ ਗੱਲ ਕਰਨੀ ਹੀ ਪੈਣੀ ਹੈ ਤੇ MSP ਦਾ ਕੋਈ ਨਾ ਕੋਈ ਰਾਹ ਕੱਢਣਾ ਹੀ ਪੈਣਾ ਹੈ। ਅੱਛਾ, ਹਰਿਆਣਾ ਦਾ ਵੀ ਥੋੜ੍ਹਾ ਜਿਹਾ ਪਰਸਪੈਕਟਿਵ ਬਲਵੰਤ ਜੀ ਤੋਂ ਸਮਝਿਆ। ਬਲਵੰਤ ਜੀ, ਹਰਿਆਣਾ ਕਿਸ ਤਰੀਕੇ ਦੇ ਨਾਲ ਇਸ ਅੰਦੋਲਨ ਨੂੰ ਰਿਐਕਟ ਕਰ ਰਿਹਾ? ਜਿਹੜੀ ਹਰਿਆਣਾ ਦੀ ਸੁਸਾਇਟੀ ਹੈ ਜਾਂ ਹਰਿਆਣਾ ਦਾ ਕਿਸਾਨ ਹੈ, ਜਿੰਨੀ ਕੁ ਖੇਤੀ ਕਰਦੀ ਹੋਈ ਸਮਾਜ ਹੈ ਜਿੰਨਾ ਕੁ, ਉਹ ਕਿਸ ਤਰੀਕੇ ਦੇ ਨਾਲ ਰਿਐਕਟ ਕਰ ਰਿਹਾ ਹੈ ਔਰ ਉਹ ਕਿੰਨੀ ਕੁ ਸ਼ਮੂਲੀਅਤ ਹੈ ਜਿਹੜੀ ਕਿਸਾਨਾਂ ਦੀ ਹੈ ਹਰਿਆਣੇ ਦੀ खास करके? जैसे देखो गुरप्रीत जी, चाहे किसान पंजाब का हो चाहे हरियाणा का हो, मूल समस्या तो दोनों की यही है कि उन्हें लगता है कि देश का पेट भरने में हरियाणा और पंजाब के किसान सबसे आगे हैं। जो सेंट्रल पूल है उसमें सबसे ज़्यादा जो अनाज है वो हरियाणा पंजाब से ही दिया जाता है। उनकी समस्या ये है कि अब जो केंद्र के 3 कानून आए हैं कृषि के, उनका ये मानना है कि अगर ये कानून बनाने से पहले या ऑर्डिनेंस जारी करने से पहले हमसे बातचीत कर ली जाती तो हम अपना पक्ष रख सकते थे। केंद्र सरकार ने एक तरफा कार्रवाई की है जो उनके लिए असहनीय है और उनको लगता है कि आगे चलकर MSP बंद हो सकती है और मंडियां भी बंद हो सकती हैं। इस आशंका की वजह जब हमने पूछी कि जब केंद्र सरकार बार बार ये कह रही है कि किसानों को MSP मिलेगी
और जो केंद्र सरकार और प्रधानमंत्री तक ने ये कहा है कि आपको एमएसपी मिलती रहेगी, इसमें कोई दिक्कत नहीं है। केंद्र के कृषि मंत्री तोमर साहब ने भी यही कहा और हरियाणा के मुख्यमंत्री ने तो इससे भी आगे बढ़ के कहा है कि अगर एमएसपी बंद हो गई तो मैं राजनीति छोड़ दूंगा। बावजूद इसके किसानों को भरोसा नहीं हो रहा है। भरोसा नहीं होने की वजह वही है जो आपने बताई थी कि अगर कोई डिस्प्यूट होता है तो एक एसडीएम के पास मामला जाएगा, एसडीएम 1 महीने में सुनवाई करेगा। उनको लगता है किसानों के कि जो कारपोरेट घराने हैं उनके मुकाबले लड़ाई में हम कहीं नहीं टिक पाएंगे। आज एमएसपी हमको मिलती है, अगले साल भी मिलती है, उससे अगले साल भी मिलती है, लेकिन जब जो कारपोरेट घराने जिनका स्टॉक लिमिट थी वो ख़त्म कर दी गई है, अगर 4-5 बड़े कारपोरेट घराने आपस में मिल जाएं और 4 साल बाद किसानों को कहें हम तो आपको एमएसपी नहीं देंगे, इस दाम पर हम आपसे खरीदेंगे, आपको बेचना है तो बेचो, नहीं मत बेचो। उनकी यही चिंता है कि अगर कानून में इसका प्रावधान कर दिया जाए कि एमएसपी पर खरीद जारी रहेगी और इससे नीचे खरीदने वालों को सजा का प्रावधान होगा। लेकिन गुरप्रीत जी, ये अभी भी प्रावधान नहीं है। कांग्रेस की 70 साल के राज में भी कभी एमएसपी को कानूनी रूप नहीं दिया गया था। जब पर उस वक्त तक तक्षक जी ਇਹ ਵੀ ਸੀ ਨਾ ਕਿ ਉਸ ਵਕਤ ਤੱਕ ਪ੍ਰਾਈਵੇਟ ਜਿਹੜਾ ਪਲੇਅਰ ਹੈ ਉਹ ਮਾਰਕੀਟ 'ਚ ਨਹੀਂ ਸੀ ਆਇਆ ਔਰ ਮੰਡੀਆਂ ਦਾ ਇੱਕ ਬੜਾ ਸਮੂਥ ਸਿਸਟਮ ਪੰਜਾਬ ਤੇ ਹਰਿਆਣਾ ਦੀਆਂ ਸਰਕਾਰਾਂ ਨੇ ਸਿਰਜ ਲਿਆ ਸੀ ਬੜੀ ਜਲਦੀ, ਜੋ ਪੂਰੇ ਮੁਲਕ ਦੇ ਵਿੱਚ ਹਾਲੇ ਤੱਕ ਨਹੀਂ ਬਣਾਇਆ ਜਾ ਸਕਿਆ ਕਿ ਮੰਡੀਕਰਨ ਦਾ ਜਿੰਨਾ ਵਧੀਆ ਔਰ ਸਟਰੋਂਗ ਸਿਸਟਮ ਪੰਜਾਬ ਤੇ ਹਰਿਆਣਾ 'ਚ ਹੈ ਜਾਂ ਥੋੜਾ ਬਹੁਤ ਵੈਸਟਰਨ ਯੂਪੀ ਦੇ ਵਿੱਚ, ਉਹ ਮੁਲਕ ਦੇ ਵਿੱਚ ਕਿਤੇ ਨਹੀਂ ਦਿਖਾਈ ਦਿੰਦਾ। ਪਰ ਕਿਸਾਨਾਂ ਦੀ ਜਿਹੜੀ ਇਹ ਡਿਮਾਂਡ ਹੈ ਕਿ ਇਹਨੂੰ ਲੀਗਲਾਈਜ਼, ਉਹਨਾਂ ਦਾ ਇੱਕ ਇਹ ਡਰ ਹੈ ਕਿ ਜੇ ਕੱਲ ਨੂੰ ਡਿਸਪਿਊਟ ਹੁੰਦਾ ਹੈ ਜਾਂ ਜੋ ਕੋਈ ਕਾਰਪੋਰੇਟ ਘਰਾਣਾ ਆਇਆ ਜੇ ਉਹ ਐਮਐਸਪੀ ਤੇ ਨਹੀਂ ਚੱਕਦਾ ਫਸਲ, ਤਾਂ ਉਹ ਕੋਰਟ ਦੇ ਵਿੱਚ ਪਹਿਲੀ ਗੱਲ ਜਾ ਨਹੀਂ ਸਕਦੇ। ਚਲੋ ਜੇ ਉਹਨਾਂ ਨੂੰ ਹੱਕ ਵੀ ਦੇ ਦਿੱਤਾ ਜਾਵੇ ਤਾਂ ਕੋਰਟ ਦੇ ਵਿੱਚ ਨਾ ਤਾਂ ਐਡਮਿਸਿਬਲ ਹੈ ਪ੍ਰਧਾਨ ਮੰਤਰੀ ਦੀ ਸਟੇਟਮੈਂਟ ਤੇ ਨਾ ਹੀ ਐਡਮਿਸਿਬਲ ਹੈ ਸੀਐਮ ਦੀ ਸਟੇਟਮੈਂਟ। ਕੋਰਟ ਨੇ ਫੈਸਲਾ ਕਰਨਾ ਹੈ ਫੈਕਚੁਅਲ ਜੋ ਗਰਾਊਂਡ ਹੋਏਗਾ ਕਾਨੂੰਨ ਦੇ ਵਿੱਚ ਲਿਖਿਆ ਹੋਇਆ ਉਹਦੇ ਆਧਾਰ ਤੇ, ਔਰ ਉਹਦੇ 'ਚ ਐਮਐਸਪੀ ਦਾ ਕੋਈ ਜ਼ਿਕਰ ਨਹੀਂ ਹੈ। ਇਹ ਉਹਨਾਂ ਦੀ ਮੁੱਖ ਸ਼ੰਕਾ ਜਿਹੜੀ ਇਹ ਹੈ। ਤੇ ਇਸ ਤੇ ਤੁਹਾਨੂੰ ਕੀ ਲੱਗਦਾ ਸਰਕਾਰ ਕੋਈ ਅੱਗੇ ਵੱਧ ਸਕਦੀ ਹੈ ਜਾਂ ਜਿਵੇਂ ਦਿਖ ਰਿਹਾ ਰਵੱਈਆ, ਜਿਵੇਂ ਹੁਣ ਤੱਕ ਬਿਆਨ ਆਏ ਵੀ नहीं वापस होंगे, ਇੱਥੇ ही रहनी है गलबात? यही तो डर है। देखिए, कांग्रेस राज में कांग्रेस के लोगों का ये कहना है कि हमने किसानों को कभी ऐसी स्थितियां पैदा नहीं हुई उनके सामने कि उन्हें इस तरह का आंदोलन करना पड़े। अब जो ये 3 कृषि कानून है उसमें एमएसपी का जो प्रावधान नहीं है और कारपोरेट घराने अगर आगे आते हैं तो ही तो उन्हें ये डर पैदा हुआ है कि हमारी फसल की खरीद जो है उचित कीमत पर नहीं होगी, हमको लागत भी नहीं मिल पाएगी। और इसीलिए उन्होंने केंद्र सरकार पर दबाव बनाने के लिए हरियाणा और पंजाब के किसानों ने एक दिल्ली कूच का फैसला किया। उससे पहले सरकार को रोड जाम करके चेतावनी दी, उससे पहले रैलियां भी की, लेकिन केंद्र सरकार को शायद इस बात का एहसास नहीं था कि ये किसान आंदोलन उनके गले की हड्डी बन जाएगा। देखिए, अब उत्तर प्रदेश के किसान भी आज हरियाणा और पंजाब के किसानों के समर्थन में चल पड़े हैं। रास्ता रोकने की जिस तरह से कोशिशें की, बड़े बड़े बैरिकेड्स लगाए गए। हरियाणा के सीएम कहते कि हरियाणा के किसान नहीं गए, मतलब एक गल च कितनी सच्चाई है? देखिए, अब ऐसा है कि आंदोलन की अगुवाई जो कर रहे हैं वो तो गुरनाम सिंह चडूनी हैं, भारतीय किसान यूनियन के नेता हैं, हरियाणा के रहने वाले हैं। हरियाणा के बीच में कुरुक्षेत्र के वो मतलब बाशिंदे हैं। हाँ। उन्होंने ही सबसे पहले कुरुक्षेत्र में एक बड़ी किसान रैली की। उस रैली को फेल करने के लिए सरकार ने मंडी ही बंद कर दी, सड़कों पर बैरिकेड्स लगा दिए, पुलिस को लाठीचार्ज करना पड़ा। देखिए, डिप्टी चीफ मिनिस्टर कहते हैं दुष्यंत चौटाला कि लाठीचार्ज करना ठीक नहीं था। हरियाणा के गृह मंत्री अनिल विज कहते हैं कि लाठीचार्ज हुआ ही नहीं। उसमें किसानों पर जो लाठियां बरसाते जो फुटेज जारी हुई वो सिविल ड्रेस में थे। आज तक ये नहीं पता लगा कि सिविल ड्रेस में कौन किसानों पर लाठियां बांध रहा था। अगर पुलिस का कोई बंदा होता तो उस पर बैज होता, नंबर होते, ड्रेस होती। अब वो आइडेंटिफाई भी नहीं कर पा रहे, तो जाहिर है कि हो सकता है पुलिस ने कोई सादी ड्रेस में वहाँ खड़े कर दिए हों। लेकिन इस बार का जो आंदोलन है गुरप्रीत जी, आप इसको देखेंगे कि बड़ा संयमित था, अनुशासित था। मतलब खुद चडूनी ने कहा कि अगर कोई सुरक्षा कर्मियों पर हमला करेगा, पत्थरबाजी करेगा, तो हम खुद उन्हें पुलिस के हवाले कर देंगे। वो चाहते हैं कि हम खुद डंडे खा लें लेकिन शांतिपूर्ण तरीके से आंदोलन करें, और उनका आंदोलन शांतिपूर्ण तरीके से रहा। बैरिकेड्स उन्होंने जरूर तोड़े, लेकिन फिर ਇਹਦੇ ਚ ਹੁਣ ਇੱਕ ਅਹਿਮ ਗੱਲ ਅਸ਼ਵਨੀ ਜੋ ਆ ਰਹੀ ਹੈ ਕਿ ਜਿਸ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਇਸ ਅੰਦੋਲਨ ਨੂੰ, ਚਾਹੇ ਇਹ ਕਹਿ ਲਈਏ ਆਪਾਂ ਕਿ ਇਸ ਅੰਦੋਲਨ ਦੇ ਖਿਲਾਫ ਪ੍ਰੋਪੇਗੈਂਡਾ ਹੋ ਰਿਹਾ ਹੈ ਜਾਂ ਕੁਝ ਲੋਕ ਇਸ ਤਰ੍ਹਾਂ ਦੇ ਹੈਗੇ ਆ ਸ਼ਰਾਰਤੀ ਜਿਹੜੇ ਸੋਸ਼ਲ ਮੀਡੀਆ ਤੇ ਹਮੇਸ਼ਾ ਐਕਟਿਵ ਰਹਿੰਦੇ ਆ, ਇਦਾਂ ਦੀਆਂ ਜਦੋਂ ਕੋਈ ਅੰਦੋਲਨ ਖੜਾ ਹੁੰਦਾ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਡੀਰੇਲ ਕਰਤਾ ਜਾਵੇ ਜਾਂ ਕੁੜੱਤਣ ਵਧਾਤੀ ਜਾਵੇ ਕਿਸੇ ਤਰੀਕੇ ਦੇ ਨਾਲ ਕਿ ਸਮਾਜ ਦੇ ਜਿਹੜੇ 1-2 ਹਿੱਸੇ ਹੈ ਕਿਸੇ ਤਰੀਕੇ ਦੇ ਨਾਲ ਉਹ ਮੋਬਿਲਾਈਜ਼ ਹੋਣ, ਆਪਸ ਦੇ ਵਿੱਚ ਆਮਣੇ ਸਾਹਮਣੇ ਆ ਜਾਣ। ਜਿਵੇਂ ਇਸ ਅੰਦੋਲਨ ਦੇ ਖਿਲਾਫ ਪ੍ਰੋਪੇਗੈਂਡਾ ਹੁਣ ਹੋ ਰਿਹਾ ਹੈ ਕਿ ਇਹਦੇ 'ਚ ਕੁਝ ਵੱਖਵਾਦੀ ਨੇ,
ਕੁਛ ਇਹਦੇ 'ਚ ਖਾਲਿਸਤਾਨੀ ਐਂਗਲ ਦਿੱਤਾ ਜਾ ਰਿਹਾ ਕਿਸੇ ਪਾਸਿਆਂ ਤੋਂ, ਕਈ ਲੋਕੀ ਇਸ ਤਰ੍ਹਾਂ ਦੀ ਕੋਸ਼ਿਸ਼ ਟਵਿੱਟਰ ਤੇ ਹੋ ਰਹੀ ਹੈ, ਫੇਸਬੁੱਕ ਤੇ ਹੋ ਰਹੀ ਹੈ, ਉਹਨੂੰ ਕਿਵੇਂ ਦੇਖਿਆ ਜਾਵੇ ਫਿਰ? ਇਹ ਗੱਲ ਸਹੀ ਹੈ ਜੀ ਕਿ ਸੋਸ਼ਲ ਮੀਡੀਆ ਦੇ ਵਿੱਚ ਇਸ ਅੰਦੋਲਨ ਨੂੰ ਡਿਰੇਲ ਅਤੇ ਬਦਨਾਮ ਕਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ਬਦਾਵਲੀ ਜਿਹੜੀ ਭਾਸ਼ਾ ਹੈ ਉਹਦਾ ਇਸਤੇਮਾਲ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਕਿ ਉਹ ਕਿਸੇ ਵਿਦੇਸ਼ੀ ਮੁਲਕ, ਵਿਦੇਸ਼ੀ ਤਾਕਤ ਦੇ ਨਾਲ ਲੜਾਈ ਲੜ ਰਹੇ ਨੇ, ਜੋ ਕਿ ਕਿਸਾਨੀ ਪੱਧਰ ਦੇ ਉੱਪਰ ਐਸੀ ਕਦੇ ਗੱਲ, ਜਦੋਂ ਤੱਕ ਪੰਜਾਬ 'ਚ ਅੰਦੋਲਨ ਹੁੰਦਾ ਰਿਹਾ ਤਦੋਂ ਤੱਕ ਐਸੀ ਗੱਲ ਕਦੇ ਨਹੀਂ ਆਈ। ਸ਼ੰਭੂ ਬਾਰਡਰ ਤੇ ਜਦੋਂ ਇਹੋ ਜੀ ਖਾਲਿਸਤਾਨ ਦਾ ਇੱਕ ਨਾਰਾ ਲੱਗਿਆ ਸੀ ਤਾਂ ਉਹਦਾ ਵੀ ਬੜੀ ਪੁਰਜ਼ੋਰ ਆਲੋਚਨਾ ਕੀਤੀ ਗਈ। ਈਵਨ ਕਿ ਜਿਸ ਬੰਦੇ ਨੇ, ਇਸ ਆਪਾਂ ਨਾਂ ਨਾ ਲਈਏ, ਜਿਸ ਬੰਦੇ ਨੇ ਵੀ ਇਹ ਖਾਲਿਸਤਾਨੀ ਨਾਰਾ ਲਾਇਆ ਸੀ ਉਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਆ ਕੇ ਮਾਫੀ ਮੰਗਣੀ ਪਈ ਸੀ। ਲੇਕਿਨ ਹੁਣ ਅੱਜ ਦੀ ਡੇਟ ਦੇ ਵਿੱਚ ਖਾਸ ਤੌਰ ਤੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਅੰਦੋਲਨ ਪੂਰੀ ਤਰੀਕੇ ਨਾਲ ਡਿਰੇਲ ਹੋ ਚੁੱਕਿਆ ਹੈ। ਕੋਈ ਵੀ ਇੱਕ ਬੈਨਰ ਨਹੀਂ ਹੈ ਜਿਹਦੇ ਥੱਲੇ ਕੋਈ ਬਿਆਨ ਜਾਰੀ ਹੁੰਦਾ ਹੈ। ਜਿਹਦਾ ਵੀ ਦਿਲ ਕਰਦਾ ਹੈ ਉਹ ਇਸ ਨੂੰ ਆਪਣੀ ਰੰਗਤ ਦੇ ਕੇ ਬਿਆਨ ਜਾਰੀ ਕਰ ਦਿੰਦਾ ਹੈ। ਇਸੇ ਦਾ ਔਰ ਅੰਦੋਲਨ ਦੇ ਵਿੱਚ ਵੀ ਦਿੱਲੀ ਤੱਕ ਪਹੁੰਚਦੇ ਇਸ ਅੰਦੋਲਨ ਦੇ ਵਿੱਚ ਵੀ ਕਈ ਐਸੇ ਚਿਹਰੇ ਸ਼ਾਮਲ ਹੋ ਚੁੱਕੇ ਨੇ ਜਿਹੜੇ ਆਪਣੀ ਮਰਜ਼ੀ ਨਾਲ ਬਿਆਨ ਦੇ ਰਹੇ ਨੇ। 31 ਆਰਗੇਨਾਈਜੇਸ਼ਨਾਂ ਦੇ ਨੇਤਾਵਾਂ ਵੱਲੋਂ ਬੜੀ ਹੀ ਸੰਯਮ ਭਾਸ਼ਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਬਟ ਕੁਝ ਚਿਹਰੇ ਐਸੇ ਨੇ ਜਿਹੜੇ ਐਡੀ ਐਗਰੈਸਿਵ ਭਾਸ਼ਾ ਦਾ ਇਸਤੇਮਾਲ ਕਰ ਰਹੇ ਨੇ ਜਿਹੜਾ ਇਸ ਅੰਦੋਲਨ ਨੂੰ ਲੈ ਕੇ ਕੁਝ ਸਵਾਲ ਖੜੇ ਕਰਦੀ ਹੈ। ਖਾਸ ਤੌਰ ਤੇ ਜਿਹੜਾ ਤੁਸੀਂ ਗੱਲ ਜ਼ਿਕਰ ਕੀਤਾ ਖਾਲਿਸਤਾਨੀ, ਕੱਲ ਵੀ ਸੋਸ਼ਲ ਮੀਡੀਆ ਉੱਪਰ ਖਾਲਿਸਤਾਨੀ ਮੂਵਮੈਂਟ ਨੂੰ ਲੈ ਕੇ ਕਾਫੀ ਟ੍ਰੈਂਡ ਚੱਲਦਾ ਰਿਹਾ। ਈਵਨ ਬੀਜੇਪੀ ਦੇ ਜਿਹੜੇ ਸੈਂਟਰਲ ਲੀਡਰ ਨੇ ਜੀ, ਉਹਨਾਂ ਦੇ ਵੱਲੋਂ ਇੱਕ ਦੋ ਬਿਆਨ ਇਸ ਤਰ੍ਹਾਂ ਦੇ ਰੀਟਵੀਟ ਕੀਤੇ ਗਏ ਆ ਕਿ ਦੇਖੋ ਅੰਦੋਲਨ ਖਾਲਿਸਤਾਨੀ ਰੰਗ ਫੜ ਰਿਹਾ। ਹੁਣ ਗੱਲ ਇਹ ਹੈ ਕਿ ਇਸ ਅੰਦੋਲਨ ਦੇ ਵਿੱਚ ਵੀ ਕੁਝ ਲੋਕ ਹੀ ਇਦਾਂ ਦੇ ਜਿਹੜੇ ਕਿਸੇ ਯੂਨੀਅਨ ਦਾ ਕਾਡਰ ਨਹੀਂ ਹੈਗੇ ਜਾਂ ਉਹ ਕਿਸੇ ਡਿਸਪਲਿਨ ਦੇ ਵਿੱਚ ਨਹੀਂ ਹੈਗੇ। ਸੋ ਇਹ ਹੁਣ ਯੂਨੀਅਨਾਂ ਦੇ ਉੱਪਰ, ਜਥੇਬੰਦੀਆਂ ਦੇ ਉੱਪਰ ਵੱਡੀ ਜ਼ਿੰਮੇਵਾਰੀ ਹੈ ਕਿ ਉਹ ਇਹਨੂੰ ਸੰਯਮਿਤ ਕਰਕੇ ਰੱਖਣ, ਉਹ ਇਹਨੂੰ ਡਿਸਪਲਿਨ ਦੇ ਵਿੱਚ ਰੱਖਣ, ਤਾਂ ਕਿ ਜੋ ਕੋਸ਼ਿਸ਼ ਕਈ ਹਿੱਸਿਆਂ ਵੱਲੋਂ ਹੋ ਸਕਦੀ ਹੈ ਕਿ ਇਹਨੂੰ ਇੱਕ ਅਲੱਗ ਰੰਗ ਦਿੱਤਾ ਜਾਵੇ, ਉਹਦੇ 'ਚ ਕੋਈ ਕਾਮਯਾਬ ਨਾ ਹੋ ਜਾਏ। ਸਹੀ ਗੱਲ ਕਹੀ ਗੁਰਪ੍ਰੀਤ ਜੀ। ਘੱਟ ਤੋਂ ਘੱਟ ਕਿਸਾਨੀ ਯੂਨੀਅਨ ਦੇ ਜਿਹੜੇ ਆਗੂ ਹੈ ਉਹਨਾਂ ਨੂੰ ਜਿਹੜਾ ਇਹ ਬਿਖਰਾ ਹੈ, ਜਿਹੜੇ ਇੱਕ ਮੋਰਚੇ ਦੇ ਥੱਲੇ ਨਹੀਂ ਨੇ, ਘੱਟ ਤੋਂ ਘੱਟ ਉਹਨਾਂ ਨੂੰ ਇੱਕ ਬੈਨਰ ਦੇ ਥੱਲੇ ਲਿਆਉਣਾ ਚਾਹੀਦਾ ਹੈ ਤਾਂ ਕਿ ਜਿਹੜੀ ਵੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਵੇ ਉਹ ਬੜੀ ਹੀ ਸਦੀ ਹੋਈ ਤੇ ਬੜੀ ਹੀ ਸੰਯਮ ਵਾਲੀ ਹੋਵੇ। ਤੇ ਇਸੇ ਨਾਲ ਹੀ ਇਹ ਜਿਹੜਾ ਅੰਦੋਲਨ ਹੈ, ਜਿਸ ਮੰਤਵ ਦੇ ਨਾਲ ਸ਼ੁਰੂ ਕੀਤਾ ਗਿਆ ਹੈ, ਜਿਹੜਾ ਉਹਨਾਂ ਦਾ ਮੂਲ ਉਦੇਸ਼ ਹੈ, ਉਹਦੀ ਪ੍ਰਾਪਤੀ ਕੀਤੀ ਜਾ ਸਕੇਗੀ। ਨਹੀਂ ਤਾਂ ਜੇ ਇਸ ਤਰੀਕੇ ਦੀ ਬਿਆਨਬਾਜ਼ੀਆਂ ਹੁੰਦੀਆਂ ਤਾਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਇਸ ਦਾ ਬਦਨਾਮ ਹੋਣਾ ਤੈਅ ਹੈ। ਇਹ ਅਲੱਗ ਗੱਲ ਹੈ, ਬਦਨਾਮ ਹੋਣਾ ਵੀ। ਔਰ ਸਭ ਤੋਂ ਜ਼ਿਆਦਾ ਜੇ ਅੱਜ ਦੀ ਡੇਟ ਦੇ ਵਿੱਚ ਇਹ ਹੋਇਆ ਪਿਆ ਕਿ ਸੋਸ਼ਲ ਮੀਡੀਆ ਐਸਾ ਟੂਲ ਹੈ ਜਿਹਨੂੰ ਤੁਸੀਂ ਸਮਾਜ ਦੇ ਵਿੱਚ ਅੱਗ ਲਾਉਣ ਦੇ ਲਈ ਕਿਸੇ ਵੀ ਟਾਈਮ ਇਸਤੇਮਾਲ ਕਰ ਸਕਦੇ ਹੋ ਔਰ ਲਾਈ ਵੀ ਜਾ ਸਕਦੀ ਹੈ। ਇਸ ਲਈ ਸੰਭਲਣ ਦੀ ਜਿਹੜੀ ਗੱਲ ਹੈ ਉਹ ਇਹ ਹੈ ਕਿ ਕਿਸਾਨ ਜਥੇਬੰਦੀਆਂ ਇਹ ਤੈਅ ਕਰਨ ਕਿ ਕੌਣ ਹੈ ਜਿਹੜਾ ਉਹ ਬੰਦਾ ਸਟੇਟਮੈਂਟ ਦੇਏਗਾ, ਕਿਉਂਕਿ ਕੋਈ ਵੀ ਰੈਂਡਮ ਬੰਦਾ ਖੜਾ ਹੁੰਦਾ ਹੈਗਾ ਔਰ ਇਸ ਤਰ੍ਹਾਂ ਦੀ ਕੋਈ ਉਲਟੀ ਸਿੱਧੀ ਜਾਂ ਕੋਈ ਅੱਗ ਵਰਗੀ ਭਾਸ਼ਾ ਦਾ ਇਸਤੇਮਾਲ ਕਰਦਾ, ਫਿਰ ਉਹ ਪੂਰੇ ਅੰਦੋਲਨ ਨੂੰ ਮੌਕਾ ਮਿਲ ਰਿਹਾ ਬਦਨਾਮ ਕਰਨ ਦਾ। ਬਿਲਕੁਲ ਸਹੀ ਕਿਹਾ ਗੁਰਪ੍ਰੀਤ ਜੀ। ਇਸੇ ਲਈ ਮੈਂ ਪਹਿਲਾਂ ਵੀ ਕਿਹਾ ਕਿ ਘੱਟ ਤੋਂ ਘੱਟ ਕਿਸਾਨ ਆਗੂਆਂ ਨੂੰ ਇਹ ਤੈਅ ਕਰ ਦੇਣਾ ਚਾਹੀਦਾ ਹੈ ਕਿ ਕਿਹੜਾ ਅੱਗੇ ਵੱਧ ਕੇ ਸਟੇਟਮੈਂਟ ਦੇਗਾ ਤੇ ਉਹੀ ਸਟੇਟਮੈਂਟ ਸਹੀ ਮੰਨੀ ਜਾਏ। ਜੇ ਕਿਧਰੇ ਕੋਈ ਰੈਂਡਮ ਸਟੇਟਮੈਂਟ ਆਂਦੀ ਹੈ ਤਾਂ ਉਸ ਨੂੰ ਉਸ ਪਲੇਟਫਾਰਮ ਦੇ ਨਾਲ ਜੋੜ ਕੇ ਨਾ ਦੇਖਿਆ ਜਾਵੇ। ਨਹੀਂ ਤਾਂ ਇਹ ਜਿਹੜਾ ਕੱਲ ਪਰਸੋਂ ਤੋਂ ਜਿਹੜਾ ਇੱਕ ਟ੍ਰੈਂਡ ਚੱਲਿਆ, ਉਹ ਟ੍ਰੈਂਡ ਅੱਗੇ ਵੀ ਵਧਣਗੇ ਤੇ ਇਸ ਅੰਦੋਲਨ ਦੀ ਦਿਸ਼ਾ ਭਟਕ ਸਕਦੀ ਹੈ। ਤੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਇਹ ਅੰਦੋਲਨ ਜਿਹੜਾ ਇੰਨੀ ਦੂਰ ਤੱਕ ਪਹੁੰਚਿਆ ਹੈ ਦਿੱਲੀ, ਉਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਲੈਵਲ ਦੇ ਉੱਪਰ ਭਟਕਣ ਨਾ ਦਿੱਤਾ ਜਾਵੇ ਤੇ ਕਿਸਾਨਾਂ ਦੀ ਜਿਹੜੀ ਮੂਲ ਮੰਗ ਹੈ ਕਿਸਾਨੀ ਬਿੱਲਾਂ ਨੂੰ ਲੈ ਕੇ ਉਹਦੇ ਤੱਕ ਕੇਂਦਰਿਤ ਰਹੇ। ਔਰ ਇਹ ਬੜੀ ਜ਼ਰੂਰੀ ਗੱਲ ਹੈ ਕਿ ਇਹ ਅੰਦੋਲਨ ਹੈ ਜਿਹੜਾ, ਇਹ ਪੰਜਾਬ ਦੇ ਲੋਕ ਜਾਂ ਨੌਜਵਾਨ ਜਿੰਨੇ ਗਏ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ, ਇਹ ਅੰਦੋਲਨ ਨਿਰੋਲ ਕਿਸਾਨੀ ਮੰਗਾਂ ਦੇ ਲਈ ਹੈ। ਕਿਸਾਨੀ ਮੰਗਾਂ ਤੋਂ ਇਸ ਅੰਦੋਲਨ ਦੀ ਸ਼ੁਰੂਆਤ ਹੋਈ ਹੈ। ਹਰਿਆਣੇ ਦੇ ਕਿਸਾਨ ਕਿਸਾਨੀ ਮੰਗਾਂ ਦੇ ਲਈ ਸੀ ਪੰਜਾਬ ਦੇ ਨਾਲ ਤੁਰੇ ਹੈ। ਜਿਹੜੇ ਯੂਪੀ ਤੋਂ ਕਿਸਾਨ ਆ ਰਹੇ ਆ ਉਹ ਵੀ ਕਿਸਾਨੀ ਮੰਗਾਂ ਦੇ ਲਈ ਪੰਜਾਬ ਦੇ ਨਾਲ ਆ ਰਹੇ ਆ। ਇਸ ਕਰਕੇ ਇਸ ਅੰਦੋਲਨ ਦਾ ਕਿਸਾਨੀ ਮੰਗਾਂ ਤੇ ਕੇਂਦਰਿਤ ਰਹਿਣਾ ਔਰ ਇਸ ਮੰਗ ਨੂੰ ਜ਼ੋਰ ਸ਼ੋਰ ਦੇ ਨਾਲ ਉਠਾਉਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੀਆਂ ਜਿਹੜੀਆਂ ਬਿਆਨਬਾਜ਼ੀ ਹੋ ਰਹੀ ਹੈ ਉਹ ਇਸ ਅੰਦੋਲਨ ਨੂੰ ਭਟਕਾ ਨਾ ਦੇਣ। ਅੱਛਾ, ਇੱਕ ਅਸ਼ਵਨੀ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਕਿ ਅੰਦੋਲਨ ਕਰਕੇ ਨਾ ਪੰਜਾਬ ਦੇ ਵਿੱਚ ਚਿੰਤਾ ਜਾਂ ਐਂਜ਼ਾਈਟੀ ਇੱਕ ਕਿਸਮ ਦੀ ਹੈ। ਜਿਹੜੇ ਲੋਕ ਗਏ ਹੈ ਉਹਨਾਂ ਨੂੰ ਲੈ ਕੇ ਇੱਥੇ ਮਤਲਬ ਕੁਝ ਖਬਰਾਂ ਅਸੀਂ ਪੜ੍ਹੀਆਂ ਕਿ
ਅੰਦੋਲਨ ਦੇ ਵਿੱਚ ਜਿੰਨੇ ਨੌਜਵਾਨ ਇੱਥੋਂ ਗਏ ਆ ਉਹਨਾਂ ਦੇ ਘਰਾਂ 'ਚ ਪਾਠ ਹੋ ਰਹੇ ਆ, ਚਿੰਤਾ ਵੱਧ ਰਹੀ ਹੈ। ਨੌਜਵਾਨ ਟਰੈਕਟਰ 10-10 ਲੱਖ ਦੇ ਲੈ ਕੇ ਗਏ ਹੈਗੇ। ਇੱਕ ਚਿੰਤਾ ਜਿਹੜੀ ਹੈ ਬਣੀ ਹੋਈ ਹੈ ਪੰਜਾਬ 'ਚ। ਦੇਖੋ ਗੁਰਪ੍ਰੀਤ ਜੀ, ਚਿੰਤਾ ਦਾ ਸਬਬ, ਚਿੰਤਾ ਦਾ ਕਾਰਨ ਉਹੀ ਹੈ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ। ਜੇ ਇਹ ਅੰਦੋਲਨ ਆਪਣੀ ਦਿਸ਼ਾ ਭਟਕਦਾ ਹੈ ਤੇ ਜੇ ਕਿਧਰੇ ਕੋਈ ਵੀ ਅਣਸੁਖਾਵੀ ਘਟਨਾ ਹੁੰਦੀ ਹੈ ਤਾਂ ਉਹਦਾ ਸਿੱਧਾ ਅਸਰ ਉਹਨਾਂ ਬਜ਼ੁਰਗਾਂ ਤੇ ਪੈਣਾ ਹੈ, ਉਹਨਾਂ ਭੈਣਾਂ ਤੇ ਪੈਣਾ ਹੈ, ਉਹਨਾਂ ਮਾਵਾਂ ਤੇ ਪੈਣਾ ਹੈ ਜਿਹੜੀਆਂ ਉੱਥੇ ਗਈਆਂ ਨੇ ਨਾਲ। ਨੌਜਵਾਨ ਕੁਝ ਸੰਗਠਨ ਜਿਹੜੇ ਹੈ ਉਹਨਾਂ ਦੀ ਗਲਤੀ ਦਾ ਖਾਮਿਆਜਾ ਇਹਨਾਂ ਬਜ਼ੁਰਗ ਕਿਸਾਨਾਂ ਨੂੰ ਜਿਹੜੇ ਆਪਣੀ ਮੂਲ ਮੰਗ ਲੈ ਕੇ ਗਏ ਨੇ ਉਹਨਾਂ ਨੂੰ ਮਤਲਬ ਐਸਾ ਨਾ ਹੋਵੇ, ਉਹਨਾਂ ਨੂੰ ਭੁਗਤਣਾ ਪੈ ਸਕਦਾ ਹੈ। ਤਾਂ ਇਸ ਕਰਕੇ ਕਿਸਾਨਾਂ ਨੂੰ ਹਜੇ ਹੀ ਇਸ ਪੂਰੇ ਅੰਦੋਲਨ ਨੂੰ ਇੱਕ ਫਰੇਮ ਦੇ ਵਿੱਚ ਲੈ ਆਉਣਾ ਚਾਹੀਦਾ ਹੈ ਤਾਂ ਕਿ ਜਿਹੜਾ ਬਖਰਾ ਦਿਖ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਪਰ, ਜਾਂ ਜਿਹੜਾ ਤੁਸੀਂ ਕਿਹਾ ਕਿ ਪੰਜਾਬ ਦੇ ਘਰ ਘਰ ਦੇ ਵਿੱਚ ਅਰਦਾਸ ਹੋ ਰਹੀ ਹੈ, ਉਹ ਸਕਸੈਸ ਹੋਵੇ ਤੇ ਉਸ ਨੂੰ ਸਫਲਤਾ ਮਿਲੇ। ਬਿਲਕੁਲ। ਅੱਛਾ, ਜੇ ਹੁਣ ਆਪਾਂ ਇਹ ਦੇਖ ਰਹੇ ਹਾਂ ਕਿ ਅੱਜ ਯੂਪੀ ਤੋਂ ਵੀ ਕਿਸਾਨ ਚੱਲੇ ਆ, ਤਕਸ਼ਕ ਜੀ ਵੀ ਦੱਸ ਰਹੇ ਆ ਕਿ ਹਰਿਆਣਾ ਦੇ ਕਿਸਾਨ ਨੇ ਇਸ ਅੰਦੋਲਨ ਦੇ ਵਿੱਚ ਸ਼ਾਮਲ, ਤਾਂ ਇਹ ਤਾਂ ਮੰਨ ਕੇ ਚੱਲਿਆ ਜਾਵੇ ਕਿ ਜਿਹੜਾ ਪ੍ਰੋਪੇਗੈਂਡਾ ਇੱਕ ਤਰੀਕੇ ਦੇ ਨਾਲ ਸੋਸ਼ਲ ਮੀਡੀਆ ਤੇ ਹੋ ਰਿਹਾ ਹੈ ਇਸ ਅੰਦੋਲਨ ਨੂੰ ਅਲੱਗ ਰੰਗ ਦੇਣ ਦਾ, ਉਹ ਗਲਤ ਹੈ। ਇਹ ਅੰਦੋਲਨ ਕਿਸਾਨੀ ਮੰਗਾਂ ਦੇ ਲਈ ਹੈ ਔਰ ਉੱਥੇ ਹੀ ਰਹਿਣਾ ਚਾਹੀਦਾ। मैं तो ये कहूँगा गुरप्रीत, जो किसान यूनियन के आगू हैं, चाहे वो चढ़ूनी साहब हों, चाहे पंजाब में भारतीय किसान यूनियन के लीडर हों, उनका तो लक्ष्य एक ही है और उन्होंने बार बार ये कहा भी है कि हमें पुलिस से टकराव मोल नहीं लेना है, पुलिस से उलझना नहीं है, हमें अपना मकसद देखना है, अपना नुकसान भले ही हो जाए लेकिन हमको निशाने की तरफ देखना है। और उनका निशाना था दिल्ली पहुंचने का। सरकार, हरियाणा सरकार कहीं भी जो पंजाब से जितने रास्ते आते हैं सब पर उन्होंने बैरिकेड्स लगाए, सड़कें खोद दी, गाड़ियां खड़ी कर दी, वाटर कैनन की भारी पुलिस बंदोबस्त था। बावजूद इसके उनका लक्ष्य था हमें दिल्ली पहुंचना है और सरकार एक तरह से उसमें बेबस साबित हुई। लास्ट में रास्ते खोलने पड़े, कुछ दिल्ली पहुंच गए, कुछ लोगों ने वहीं धरना शुरू कर दिया। उनका मकसद तो एक, सोशल मीडिया पर कौन क्या लिख रहा है इसके बजाय हमें ये देखना होगा कि जो किसानों की जो अगुवाई करने वाले लीडर हैं वो सिर्फ ये कह रहे हैं कि जब तक ये कानून वापस नहीं लिए जाएंगे हम अपना आंदोलन ख़त्म नहीं करेंगे। 3 दिसंबर को केंद्र सरकार ने उनको बातचीत के लिए बुलाया है। कल हमारी हरियाणा के कृषि मंत्री जयप्रकाश दलाल से बात हुई थी। उन्होंने कहा देखिए हमारी जो पहल है वो किसानों के हितों के लिए है, क्योंकि पुरानी व्यवस्था से हमने देख लिया किसान का भला नहीं हो रहा, हम एक नई व्यवस्था करने जा रहे हैं। कांग्रेस चूंकि उसका विरोध कर रही है क्योंकि अगर वो सफल हुई तो उनके पल्ले कुछ नहीं रहेगा। और वो ये भी कहते हैं कि अगर 3 साल में हम सफल नहीं होते हैं, योजना फेल हो जाती है, किसानों के मन में गुस्सा रहता है, चिंता रहती है, तो हमने कब कहा है कि उसमें संशोधन नहीं हो सकता। और उन्होंने ये भी उम्मीद जाहिर की है कि जब कोई बातचीत होती है तो उसका रास्ता निकलता है, रास्ता टेबल से ही निकलेगा। 3 दिसंबर को जो बातचीत होगी उसमें किसान नेताओं और केंद्र सरकार के बीच बातचीत से हो सकता है कोई बीच का रास्ता निकल आए। लेकिन ये जरूर है कि किसान आशंकित भी हैं, आक्रोशित भी हैं, परेशान भी हैं और उनको लगता भी है कि ये जो कानून है शायद आगे चल के उनके लिए हितकर साबित ना हो। अब 3 दिसंबर की बातचीत से ही पता चले। ठीक हो सकता उस तो पहला भी हो जाएगा। जोगिंदर सिंह उग्राਹਾਂ ਨੂੰ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਫੋਨ ਕੀਤਾ ਗਿਆ। ਅੱਛਾ ਅਸ਼ਵਨੀ, ਜਿਸ ਤਰੀਕੇ ਦੇ ਨਾਲ ਅਸੀਂ ਦੇਖ ਰਹੇ ਹਾਂ ਕਿ ਯੋਗੇਂਦਰ ਯਾਦਵ ਜੋ ਸਵਰਾਜ ਅਭਿਆਨ ਚਲਾ ਰਹੇ ਆ, ਉਹਨਾਂ ਦੇ ਵੱਲੋਂ ਵੀ ਕੋਸ਼ਿਸ਼ ਹੋਈ ਹਰਿਆਣਾ ਦੇ, ਥੋੜੇ ਬਹੁਤ ਰਾਜਸਥਾਨ ਦੇ ਕਿਸਾਨਾਂ ਨੂੰ ਮੋਬਿਲਾਈਜ਼ ਕਰਨ ਦੀ, ਥੋੜੇ ਬਹੁਤ ਉਧਰੋਂ ਆਏ ਆ। यूपी ਦੇ ਵਿੱਚੋਂ ਰਾਕੇਸ਼ ਟਿਕੈਤ ਹੋਰਾਂ ਨੇ ਗਾਜ਼ੀਆਬਾਦ ਦਿੱਲੀ ਨੂੰ ਜੋੜਨ ਵਾਲਾ ਜਿਹੜਾ ਰਸਤਾ ਹੈ ਉਹ ਬੰਦ ਕੀਤਾ ਹੈ। ਇਸ ਤੋਂ ਇਲਾਵਾ ਹਰਿਦੁਆਰ ਦਿੱਲੀ ਰਸਤਾ ਹੈ ਜਿਹੜਾ ਉਹ ਵੀ ਜਾਮ ਹੋਣ ਦੀਆਂ ਖਬਰਾਂ ਨੇ। ਪਰ ਫਿਰ ਵੀ ਜੋ ਮੁਲਕ ਦਾ ਡਾਊਨ ਸਾਊਥ ਹੈ ਜਾਂ ਬਿਲਕੁਲ ਕਿਨਾਰੇ ਤੇ ਜਿਹੜੇ ਬੰਗਾਲ ਵਾਲੀ ਸਾਈਡ ਜਦੋਂ ਆਪਾਂ ਵੱਧਦੇ ਹਾਂ, ਬਿਹਾਰ ਵਾਲੀ ਸਾਈਡ ਵੱਧਦੇ ਹਾਂ, ਮੱਧ ਪ੍ਰਦੇਸ਼ ਹੈ, ਉਧਰ ਇਸ ਅੰਦੋਲਨ ਦਾ ਅਸਰ ਤੁਸੀਂ ਕਦੋਂ ਤੱਕ ਦੇਖਦੇ ਹੋ ਵੀ ਉਹਨਾਂ ਲੋਕਾਂ ਤੇ ਉਹ ਕਿਸਾਨ ਨੇ ਜਿਹੜੇ ਉਹ ਇਸ ਅੰਦੋਲਨ ਦੇ ਵਿੱਚ ਮੋਬਿਲਾਈਜ਼ ਹੋਣਗੇ ਜਾਂ ਉਹਨਾਂ ਦੀ ਉੱਥੋਂ ਸਪੋਰਟ ਹੈ ਉਹ ਨਹੀਂ ਪਹੁੰਚ ਸਕਦੇ ਇੰਨੀ ਦੂਰ, ਕੀ ਸਿਚੁਏਸ਼ਨ ਹੈ? ਦੇਖੋ ਜੀ ਗੁਰਪ੍ਰੀਤ ਜੀ, ਇਸ ਮਾਮਲੇ ਦੇ ਵਿੱਚ ਪੰਜਾਬ ਦਾ ਜਿਹੜਾ ਪੂਰਾ ਕਿਸਾਨੀ ਢਾਂਚਾ ਹੈ ਉਹ ਬੜਾ ਆਰਗੇਨਾਈਜ਼ਡ ਸੈਕਟਰ ਹੈ। ਇੱਥੇ ਇੱਕ ਆਵਾਜ਼ ਦੇ ਉੱਪਰ ਸਾਰੀਆਂ ਯੂਨੀਅਨਾਂ ਇੱਕ ਬੈਨਰ ਦੇ ਥੱਲੇ ਇਕੱਠੀਆਂ ਹੋ ਜਾਂਦੀਆਂ ਤੇ ਇਕੱਠੇ ਹੀ ਆਪਣਾ ਰਿਪਰੈਜ਼ੈਂਟੇਸ਼ਨ ਸਰਕਾਰ ਦੇ ਕੋਲ ਦਿੰਦੀਆਂ। ਬਾਕੀ ਸਟੇਟਸ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਇਸ ਤਰੀਕੇ ਨਾਲ ਕਿਸਾਨੀ ਸੰਗਠਨ ਹੈਗੇ ਹੈ, ਲੇਕਿਨ ਉਹਨਾਂ ਦਾ ਇੱਕ ਬੈਨਰ ਦੇ ਥੱਲੇ
ਇਕੱਠਾ ਹੋ ਪਾਣਾ ਹਜੇ ਤੱਕ ਸੰਭਵ ਨਹੀਂ ਹੋ ਸਕਿਆ। ਜਦੋਂ ਤੱਕ ਇਹ ਸਾਰੀਆਂ ਯੂਨੀਅਨਾਂ ਇੱਕ ਮੁੱਦੇ ਦੇ ਉੱਪਰ ਇਕੱਠੀਆਂ ਨਹੀਂ ਹੋਣਗੀਆਂ ਤਦ ਤੱਕ ਦਿੱਲੀ ਦੇ ਵੱਲ ਡੇਰਾ ਸ਼ਾਇਦ ਨਾ ਲੱਗ ਸਕੇ। ਅਜੇ ਤਾਂ ਪੰਜਾਬ ਦੇ ਕਿਸਾਨਾਂ ਨੇ ਲਾਇਆ ਹੋਇਆ ਹੈ, ਉਧਰੋਂ ਕੁਝ ਦਿੱਲੀ ਦੇ ਨੇੜੇ ਤੇੜੇ ਜਿਹੜੇ ਇਲਾਕੇ 'ਚ ਕਿਸਾਨ ਸੰਗਠਨ ਨੇ ਉਹ ਵੀ ਤੁਰੇ ਨੇ, ਪਰ ਪੂਰਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਸਾਊਥ ਦੀ ਗੱਲ ਕਰ ਰਹੇ ਹੋ, ਚਾਹੇ ਪੂਰੇ ਥਰੂ ਆਊਟ ਇੰਡੀਆ ਦੀ ਗੱਲ ਕਰ ਰਹੇ ਹੋ, ਇਸ ਲੈਵਲ ਤੇ ਹਜੇ ਅੰਦੋਲਨ ਨੇ ਜ਼ੋਰ ਨਹੀਂ ਫੜਿਆ, ਵਕਤ ਵੀ ਲੱਗ ਸਕਦਾ। ਸੋ ਇਸ ਤਰੀਕੇ ਦੇ ਨਾਲ ਹਾਲੇ ਫਿਲਹਾਲ ਸਿਚੁਏਸ਼ਨ ਹੈ ਜਿਹੜੀ ਬਣੀ ਹੋਈ ਹੈ, ਪਰ ਕੁੱਲ ਮਿਲਾ ਕੇ ਇਸ ਅੰਦੋਲਨ ਦੇ ਸਫਲ ਹੋਣ ਦੇ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਜੋ ਗੱਲ ਹੈ ਉਹ ਹੈ ਕਿ ਇਹ ਕਿਸਾਨੀ ਮੰਗਾਂ ਤੇ ਇਹ ਅੰਦੋਲਨ ਟਿਕਿਆ ਰਹੇ। ਔਰ ਇਹ ਵੀ ਹੈ ਕਿ ਇਸ ਅੰਦੋਲਨ ਦੇ ਵਿੱਚ ਕਈ ਤਰ੍ਹਾਂ ਦੇ ਤੱਤ ਨੇ ਜਿਹੜੇ ਕਈ ਵਾਰੀ ਉਹ ਸੋਸ਼ਲ ਮੀਡੀਆ ਦੇ ਰਾਹੀਂ ਕੋਸ਼ਿਸ਼ਾਂ ਹੋ ਰਹੀਆਂ ਜਾਂ ਗਰਾਊਂਡ ਤੇ ਵੀ ਹੋ ਸਕਦੀਆਂ। ਇਹ ਜ਼ਰੂਰਤ ਹੈ ਕਿ ਹੁਣ ਕਿ ਕਿਸਾਨ ਯੂਨੀਅਨ ਹੈ ਜਿਹੜੀਆਂ ਜਾਂ ਉਹਨਾਂ ਦੇ ਜਿਹੜੇ ਆਗੂ ਨੇ ਉਹ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਚੈੱਕ ਰੱਖਣ ਇਹਨਾਂ ਤੇ ਇਹ ਕੋਈ ਤੈਅ ਕਰਨ ਕਿ ਸਟੇਟਮੈਂਟ ਜਿਹੜੀ ਆਫੀਸ਼ੀਅਲੀ ਅੰਦੋਲਨ ਦੇ ਲਈ ਇਸ਼ੂ ਹੋਊਗੀ ਉਹ ਇਸ ਪਲੇਟਫਾਰਮ ਤੋਂ ਹੋਊਗੀ। ਜੋ ਰੈਂਡਮ ਗੱਲਾਂ ਸਾਹਮਣੇ ਆ ਰਹੀਆਂ ਜਿਸ ਦੇ ਕਰਕੇ ਇਸ ਅੰਦੋਲਨ ਨੂੰ ਭੜਕਾਇਆ ਜਾਂ ਡੀਰੇਲ ਕੀਤਾ ਜਾ ਸਕਦਾ ਹੈ ਉਹ ਰੁਕਣੀਆਂ ਚਾਹੀਦੀਆਂ। ਧੰਨਵਾਦ।